ਜੈ ਪੀਰਾਂ ਦੀ ਦੋਸਤੋ, ਕਾਦਰੀ ਰੰਗ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਫਿਰ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਹਾਂ। ਅੱਜ ਅਸੀਂ ਗੱਲ ਕਰਾਂਗੇ ਦਾਈ ਅਰਜਨੂਰਾ ਜੀ ਦੀ। ਦਾਈ ਅਰਜਨੂਰਾ ਜੀ ਕੌਣ ਸਨ ਅਤੇ ਲਾਲਾ ਵਾਲੇ ਪੀਰ ਜੀ ਨੇ ਉਹਨਾਂ ਨੂੰ ਕਿਸ ਤਰ੍ਹਾਂ ਤਾਰਿਆ। ਇਹ ਉਸ ਵੇਲੇ ਦੀ ਕਹਾਣੀ ਹੈ ਜਦੋਂ ਰਾਜੇ ਅਕਬਰ ਦਾ ਰਾਜ ਹੋਇਆ ਕਰਦਾ ਸੀ, ਜਿਸ ਦੇ ਰਾਜਕਾਲ ਸਮੇਂ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲਾ ਦੇ ਸ਼ਹਿਰ ਵਜ਼ੀਰਾਬਾਦ ਦੇ ਨੇੜੇ ਪਿੰਡ ਰੋਹੇਵਾਲ ਵਿਖੇ ਸੈਦ ਉਮਰ ਜੀ ਦੇ ਸੁਪੁੱਤਰ ਪੀਰ ਅਲਾਉਦੀਨ ਜੀ ਦੇ ਘਰ ਬੱਚਾ ਜਨਮ ਲੈਣ ਵਾਲਾ ਸੀ। ਸਮਾਂ ਆਉਣ ਤੇ ਅਲਾਉਦੀਨ ਜੀ ਦੀ ਧਰਮ ਪਤਨੀ ਮਾਤਾ ਐਸਾ, ਜੋ ਕਿ ਲਾਹੇ ਲਾਜਪੂਤ ਦੀ ਲੜਕੀ ਸੀ, ਨੇ ਪਿੰਡ ਦੀ ਦਾਈ ਅਰਜਨੂਰਾ ਨੂੰ ਬੁਲਾ ਕੇ ਲਿਆਉਣ ਲਈ ਆਖਿਆ। ਸਿਆਣੇ ਦੱਸਦੇ ਨੇ ਕਿ ਵਕਤ ਅਨੁਸਾਰ 9 ਵਿਸਾਖ ਦਿਨ ਵੀਰਵਾਰ 1467 ਈਸਵੀ ਨੂੰ ਇਸ ਸ਼ੁਭ ਮੌਕੇ ਲਖਦਾਤਾ ਲਾਲਾ ਵਾਲੇ ਪੀਰ ਸੱਖੀ ਸਰਵਰ ਸੁਲਤਾਨ ਜੀ ਦਾ ਜਨਮ ਹੋਇਆ, ਜਿਸ ਦਾ ਬਚਪਨ ਵਿੱਚ ਨਾਮ ਸੈਦ ਅਹਿਮਦ ਰੱਖਿਆ ਗਿਆ। ਜਨਮ ਸਮੇਂ ਇੱਕ ਅਜੀਬੋ-ਗਰੀਬ ਕ੍ਰਿਸ਼ਮਾ ਹੀ ਹੋ ਗਿਆ ਕਿ ਬਹੁਤ ਸਾਲਾਂ ਤੋਂ ਅੱਖਾਂ ਤੋਂ ਅੰਧਲੀ ਦਾਈ ਅਰਜਨੂਰਾ ਦੀਆਂ ਨੈਣਾਂ ਵਿੱਚ ਇਸ ਸਮੇਂ ਨਵਜਨਮੇ ਬਾਲਕ ਦੀ ਛੋਹ ਪ੍ਰਾਪਤ ਕਰਦਿਆਂ ਹੀ ਰੋਸ਼ਨੀ ਆ ਗਈ। ਉਸ ਦੀ ਹਨੇਰੀ ਜ਼ਿੰਦਗੀ ਜਗਮਗਾ ਉਠੀ। ਉਹ ਉੱਚੀ ਰੋਲਾ ਪਾ ਕੇ ਸਭ ਨੂੰ ਦੱਸਣ ਲੱਗੀ ਕਿ ਇਹ ਕੋਈ ਕਰਾਮਾਤ ਹੋ ਗਈ ਹੈ। ਮੈਨੂੰ ਸਭ ਕੁਝ ਨਜ਼ਰ ਆਉਣ ਲੱਗ ਪਿਆ ਹੈ। ਕਿਸੇ ਨੂੰ ਵੀ ਇਸ ਅਜੀਬ ਗੱਲ ਦਾ ਸੱਚ ਨਾ ਆਵੇ। ਪਰ ਅਰਜਨੂਰਾ ਖੁਸ਼ੀ 'ਚ ਪਾਗਲ ਹੋਈ ਇਸ ਨਵ ਜਨਮੇ ਬਾਲਕ ਦੀ ਉਸਤਤ ਕਰਨ ਲੱਗੀ। ਸਾਧ ਸੰਗਤ ਜੀ, ਦਾਈ ਅਰਜਨੂਰਾ ਨੇ ਅਲਾਉਦੀਨ ਜੀ ਨੂੰ ਆਖਿਆ ਕਿ ਮੀਆਂ, ਤੁਹਾਡੇ ਘਰ ਤਾਂ ਖੁਦ ਅੱਲਾ ਨੇ ਜਨਮ ਲਿਆ ਹੈ। ਇਹ ਤਾਂ ਕਿਸੇ ਪਾਕ ਸ਼ਕਤੀ ਦੇ ਮਾਲਕ ਰਹਿਬਰ ਆਏ ਹਨ। ਤਦ ਇੰਨੇ ਨੂੰ ਮਾਤਾ ਐਸਾ ਨੇ ਅਲਾਉਦੀਨ ਜੀ ਨੂੰ ਆਖਿਆ ਕਿ ਅਰਜਨੂਰਾ ਨੂੰ ਵਧਾਈ ਵਜੋਂ ਕੁਝ ਦਾਨ ਦਿੱਤਾ ਜਾਵੇ। ਮੀਆਂ ਜੀ ਨੇ ਖੁਸ਼ ਹੋ ਕੇ ਘਰ ਵਿੱਚ ਪਏ ਕੁਝ ਘੜਿਆਂ ਤੇ ਚਾਟੀਆਂ ਵੱਲ ਨਿਗਾਹ ਮਾਰੀ, ਜਿਨ੍ਹਾਂ ਵਿੱਚ ਗੁੜ, ਸ਼ੱਕਰ ਤੇ ਦਾਣੇ ਭਰੇ ਹੋਏ ਸਨ। ਦਾਈ ਅਰਜਨੂਰਾ ਦੇ ਬਹੁਤ ਮਨਾ ਕਰਨ ਤੇ ਵੀ ਅਲਾਉਦੀਨ ਨੇ ਜਵਾਰ ਦੇ ਦਾਣਿਆਂ ਦਾ ਇੱਕ ਘੜਾ ਚੁੱਕ ਕੇ ਦਾਈ ਨੂੰ ਫੜਾ ਦਿੱਤਾ। ਅਰਜਨੂਰਾ ਵਿਦਿਆ ਲੈ ਕੇ ਜਵਾਰ ਦਾ ਭਰਿਆ ਘੜਾ ਸਿਰ ਤੇ ਚੁੱਕ ਕੇ ਆਪਣੇ ਘਰ ਵੱਲ ਹੋ ਤੁਰੀ। ਰਸਤੇ ਵਿੱਚ ਵਿਚਾਰ ਆਇਆ ਕਿ ਮੈਂ ਇਹ ਜਵਾਰ ਦੇ ਇੰਨੇ ਦਾਣੇ ਕੀ ਕਰਨੇ ਹਨ। ਕਿਉਂ ਨਾ ਇਸ ਨੂੰ ਬਾਣੀਏ ਦੀ ਹੱਟੀ ਤੇ ਵੇਚ ਕੇ ਕੁਝ ਪੈਸੇ ਤੇ ਕੁਝ ਰਾਸ਼ਨ ਲੈ ਲਵਾਂ, ਜਿਸ ਨੂੰ ਕਿ ਮੈਂ ਹੋਰ ਵੀ ਗਰੀਬ ਗੁਰਬਿਆਂ ਨੂੰ ਦੇ ਕੇ ਪੁੰਨ ਦੀ ਭਾਗੀ ਬਣਾ। ਨਵੇਂ ਜਨਮੇ ਬਾਲਕ ਦੀ ਉਸਤਤ ਕਰਦੀ ਅਰਜਨੂਰਾ ਬਾਣੀਏ ਦੀ ਹੱਟੀ ਪਹੁੰਚ ਕੇ ਸਿਰ ਤੋਂ ਜਵਾਰ ਦੇ ਦਾਣਿਆਂ ਦਾ ਕੜਾ ਲਾਉਂਦੀ ਹੈ। ਤਦ ਕੀ ਦੇਖਦੀ ਹੈ ਕਿ ਇੱਕ ਹੋਰ ਕ੍ਰਿਸ਼ਮਾ ਹੋ ਗਿਆ ਹੈ। ਕੜੇ ਵਿੱਚੋਂ ਸਤਰੰਗੀ ਲਾਈਟਾਂ ਚਮਕਾਰੇ ਮਾਰ ਰਹੀਆਂ ਸਨ। ਉਹ ਜਵਾਰ ਦੇ ਦਾਣੇ ਨਾ ਹੋ ਕੇ ਹੀਰੇ ਬਣ ਗਏ ਸਨ। ਇਹ ਦੇਖ ਕੇ ਅਰਜਨੂਰਾ ਹੋਰ ਵੀ ਚੱਲਿਆਂ ਵਾਂਗ ਹੋ ਗਈ ਕਿ ਇਹ ਕੀ ਕੌਤਕ ਹੋ ਗਿਆ ਹੈ। ਨਵਾਂ ਜਨਮਿਆ ਬਾਲਕ ਉਸ ਨੂੰ ਕੋਈ ਜਾਦੂਗਰ ਜਾਪਣ ਲੱਗਾ। ਇੰਨੇ ਸਾਰੇ ਲਾਲ ਹੀਰੇ ਦੇਖ ਕੇ ਉਹ ਬੇਹੋਸ਼ ਹੋ ਕੇ ਡਿੱਗ ਪਈ। ਝਟਪਟ ਬਾਣੀ ਨੇ ਉੱਠ ਕੇ ਉਸ ਨੂੰ ਸੰਭਾਲਿਆ, ਮੂੰਹ ਤੇ ਪਾਣੀ ਦੇ ਛਿੱਟੇ ਮਾਰ ਕੇ ਪੁੱਛਿਆ, ਅਰਜਨੂਰਾ, ਹਕੀਕਤ ਕੀ ਹੈ? ਤਦ ਅਰਜਨੂਰਾ ਨੇ ਉਸ ਘੜੇ ਦਾ ਮੂੰਹ ਬਾਣੀਆਂ ਵੱਲ ਕਰਕੇ ਹੈਰਾਨਗੀ ਨਾਲ ਸਾਰੀ ਗੱਲ ਦੱਸੀ। ਸਾਧ ਸੰਗਤ ਜੀ, ਦਾਈ ਅਰਜਨੂਰਾ ਦੀ ਸਾਰੀ ਗੱਲ ਸੁਣ ਕੇ ਬਾਣੀਆਂ ਵੀ ਹੈਰਾਨ ਹੋ ਗਿਆ ਕਿ ਵਾਕਈ ਹੀ ਇਹ ਬਾਲਕ ਕੋਈ ਪੀਰ ਪੈਗੰਬਰ ਹੋਵੇਗਾ, ਜਿਸ ਦੇ ਪ੍ਰਤੱਖ ਉਹ ਅੱਖੀਂ ਦੇਖ ਰਿਹਾ ਸੀ। ਚਿਰਾਂ ਤੋਂ ਉਨੀ ਅਰਜਨੂਰਾ ਚੰਗੀ ਭਲੀ ਸੁਜੱਖੀ ਹੋ ਗਈ ਸੀ। ਫਿਰ ਉਸ ਗਰੀਬਣੀ ਕੋਲ ਇੰਨੇ ਸਾਰੇ ਲਾਲ ਹੀਰੇ ਹੋਣੇ ਇੱਕ ਚੰਬੇ ਵਾਲੀ ਗੱਲ ਹੀ ਸੀ। ਆਖਰਕਾਰ ਉਸਨੇ ਕਿਹਾ ਕਿ ਮੇਰੇ ਕੋਲੋਂ ਇਹਨਾਂ ਲਾਲਾਂ ਦੀ ਕੀਮਤ ਤਾਂ ਨਹੀਂ ਦੇ ਹੋਣੀ, ਫਿਰ ਵੀ ਮੇਰੇ ਕੋਲ ਜੋ ਵੀ ਦੌਲਤ ਤੇ ਦੁਕਾਨ ਦਾ ਸਾਰਾ ਰਾਸ਼ਨ ਹੈ, ਇਹ ਤੂੰ ਲੈ ਸਕਦੀ ਹੈ। ਅਰਜਨੂਰਾ ਨੇ ਬਾਣੀਏ ਦੀ ਦੁਕਾਨ ਤੇ ਲਾਲਾਂ ਦਾ ਕੜਾ ਰੱਖ ਦਿੱਤਾ ਤੇ ਬਹੁਤ ਸਾਰਾ ਧਨ ਤੇ ਰਾਸ਼ਨ ਲੈ ਕੇ ਖੁਸ਼ੀ ਬਾਲਕ ਦੇ ਸੋਹਣੇ ਗਾਂਦੀ ਹੋਈ ਆਪਣੇ ਘਰ ਨੂੰ ਚਲੀ ਗਈ। ਬਾਅਦ ਵਿੱਚ ਜਦੋਂ ਬਾਣੀਆ ਘੜੇ ਵਿੱਚੋਂ ਲਾਲਾ ਨੂੰ ਕੱਢ ਕੇ ਘੁਮਾ ਕੇ ਦੇਖ ਰਿਹਾ ਸੀ ਤਾਂ ਉਸ ਦਾ ਸਾਰਾ ਘਰ ਤੇ ਹੱਟੀ ਰੋਸ਼ਨੀ ਨਾਲ ਚੰਦਿਆ ਗਏ। ਲਾਲਾ ਇੰਨੀ ਸਾਰੀ ਦੌਲਤ ਮੁਫਤ ਆਈ ਦੇਖ ਕੇ ਖੁਸ਼ੀ 'ਚ ਪਾਗਲ ਹੋਣ ਲੱਗਾ। ਇੰਨੇ ਨੂੰ ਲਾਲ ਸਾਹਮਣੇ ਲਾਲੇ ਦੇ ਹੱਥੋਂ ਇੱਕ ਲਾਲ ਪੁੜਕ ਕੇ ਦੁਕਾਨ ਤੋਂ ਬਾਹਰ ਚਲੇ ਗਿਆ। ਦੁਕਾਨ ਦੇ ਬਾਹਰ ਕੁਝ ਬੱਚੇ ਬੰਟੇ ਖੇਡ ਰਹੇ ਸਨ। ਉਹਨਾਂ 'ਚੋਂ ਕਿਸੇ ਇੱਕ ਦੇ ਹੱਥ 'ਚ ਆ ਗਿਆ। ਉਹ ਬੱਚਾ ਬੰਟਾ ਸਮਝ ਕੇ ਉਸ ਲਾਲ ਨੂੰ ਆਪਣੇ ਘਰ ਲੈ ਗਿਆ। ਜਦੋਂ ਉਸ ਬੱਚੇ ਦੇ ਘਰਦਿਆਂ ਨੇ ਉਹ ਲਾਲ ਦੇਖਿਆ ਤਾਂ ਉਹ ਹੈਰਾਨ ਹੋ ਗਏ ਤੇ ਬੱਚੇ ਨੂੰ ਪੁੱਛਦੇ, ਇਹ ਕਿੱਥੋਂ ਲੈਂਦਾ ਹੈ? ਉਸ ਬੱਚੇ ਨੇ ਸਾਰੀ ਹਕੀਕਤ ਦੱਸੀ ਕਿ ਸਾਨੂੰ ਬੰਟੇ ਖੇਡਦਿਆਂ ਹੀ ਇਹ ਬੰਟਾ ਬਾਣੀਏ ਦੀ ਹੱਟੀ ਮੋਰਿਓ ਲੱਭਾ ਹੈ। ਬੱਚੇ ਦੇ ਮਾਪਿਓ ਸਮਝ ਗਏ ਕਿ ਜ਼ਰੂਰ ਇਹ ਬਾਣੀਏ ਦਾ ਡਿੱਗਾ ਹੋਣਾ ਹੈ। ਚਲੋ ਸਾਨੂੰ ਕੀ,
ਅਸੀਂ ਰਾਜੇ ਕੋਲ ਵੇਚਾਂਗੇ ਤਾਂ ਮੂੰਹ ਮੰਗੀ ਮਾਇਆ ਲਵਾਂਗੇ। ਸਾਰੀ ਰਾਤ ਉਹਨਾਂ ਦੀ ਖੁਸ਼ੀ ਵਿੱਚ ਨੀਂਦ ਨਾ ਆਈ ਕਿ ਸਵੇਰੇ ਸਾਡੇ ਕੋਲ ਇੰਨੀ ਧਨ ਦੌਲਤ ਹੋ ਜਾਵੇਗੀ ਕਿ ਸਾਡੀਆਂ 7 ਪੁਸ਼ਤਾਂ ਵੀ ਨਹੀਂ ਮੁਕਾ ਸਕਣਗੀਆਂ। ਇੰਨਾ ਹੀ ਸੋਚਾਂ ਵਿੱਚ ਦਿਨ ਚੜਿਆ ਤੇ ਉਹ ਸ਼ਖਸ ਕੀਮਤੀ ਲਾਲ ਨੂੰ ਕੱਪੜੇ ਦੀ ਗੁਥਲੀ 'ਚ ਲੁਕੋ ਕੇ ਅਕਬਰ ਦੇ ਦਰਬਾਰ 'ਚ ਲੈ ਗਏ। ਕਚਹਿਰੀ ਲੱਗੀ ਹੋਈ ਸੀ। ਜਦੋਂ ਉਹ ਲਾਲ ਰਾਜੇ ਮੋਹਰੇ ਪੇਸ਼ ਕੀਤਾ ਗਿਆ, ਉਸ ਵੇਲੇ ਦੇ ਸਾਰੇ ਅਹਿਲਕਾਰ ਤੇ ਵਜ਼ੀਰ ਹੈਰਾਨ ਰਹਿ ਗਏ ਕਿ ਇੰਨਾ ਕੀਮਤੀ ਲਾਲ ਇਹਨਾਂ ਕੋਲ ਕਿੱਥੋਂ ਆਇਆ। ਉਹ ਸ਼ੱਕ ਦੀ ਨਿਗਾਹ ਨਾਲ ਰਾਜੇ ਨੂੰ ਕਹਿਣ ਲੱਗੇ ਕਿ ਇਹ ਕੋਈ ਚੋਰ ਹੈ। ਇਹਨਾਂ ਨੇ ਰਾਜ ਦਰਬਾਰ ਵਿੱਚ ਹੀ ਚੋਰੀ ਕੀਤੀ ਹੈ। ਇਹਨਾਂ ਨੂੰ ਸਖਤ ਸਜ਼ਾ ਦਿਓ ਤੇ ਪੁੱਛੋ ਕਿ ਇਹ ਲਾਲ ਕਿੱਥੋਂ ਆਇਆ ਹੈ। ਸਜ਼ਾ ਦਾ ਨਾਂ ਸੁਣਦਿਆਂ ਹੀ ਉਹਨਾਂ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਕਿ ਇਹ ਕੀ ਹੋ ਗਿਆ। ਮਾਇਆ ਮਿਲਣ ਦੀ ਤਾਂ ਹੁਣ ਸਾਨੂੰ ਮੌਤ ਮਿਲੇਗੀ। ਆਖਰਕਾਰ ਉਹ ਰਾਜੇ ਦੇ ਪੈਰੀ ਪੈ ਗਏ ਤੇ ਰੋ ਰੋ ਕੇ ਰਾਜੇ ਨੂੰ ਕਹਿਣ ਲੱਗੇ ਕਿ ਅਸੀਂ ਕਿਤੇ ਚੋਰੀ ਨਹੀਂ ਕੀਤੀ, ਸਾਨੂੰ ਤਾਂ ਸਾਡੇ ਲੜਕੇ ਨੇ ਦਿੱਤਾ ਹੈ, ਜਿਹੜਾ ਕਿ ਬਾਣੀਏ ਦੀ ਹੱਟੀ ਮੋਰੋਂ ਇਹ ਲਾਲ ਲੱਭਾ ਸੀ। ਬਾਣੀਏ ਦਾ ਨਾਂ ਸੁਣਦੇ ਹੀ ਰਾਜੇ ਨੇ ਆਪਣੇ ਸਿਪਾਹੀਆਂ ਨੂੰ ਕਿਹਾ ਕਿ ਜਾਓ, ਛੇਤੀ ਜਾ ਕੇ ਰੋਹੇਵਾਲ ਦੇ ਬਾਣੀਏ ਨੂੰ ਪੂਰੀ ਪੁੱਛ ਪੜਤਾਲ ਕਰਕੇ ਮੇਰੀ ਕਚਹਿਰੀ 'ਚ ਪੇਸ਼ ਕਰੋ। ਹੁਕਮ ਸੁਣਦਿਆਂ ਸਾਰ 3-4 ਸਿਪਾਹੀ ਬਾਣੀਏ ਦੇ ਘਰ ਆ ਪਹੁੰਚੇ ਤੇ ਘਰੇ ਲਾਲਾਂ ਦਾ ਭਰਿਆ ਕੜਾ ਦੇਖ ਕੇ ਲਾਲੇ ਨੂੰ ਪੁੱਛਣ ਲੱਗੇ। ਸਾਧ ਸੰਗਤ ਜੀ, ਸਿਪਾਹੀਆਂ ਦੀ ਗੱਲ ਸੁਣ ਕੇ ਵਿਚਾਰਾ ਬਾਣੀਆ ਕੰਬਣ ਲੱਗ ਪਿਆ। ਉਸ ਦਾ ਸਾਰਾ ਪਰਿਵਾਰ ਸਿਪਾਹੀਆਂ ਦੇ ਪੈਰੀ ਪੈ ਗਿਆ ਕਿ ਸਾਡੇ ਕੋਲੋਂ ਭੁੱਲ ਹੋ ਗਈ ਹੈ। ਅਸੀਂ ਰਾਜੇ ਨੂੰ ਦੱਸੇ ਬਿਨਾਂ ਇਹ ਸਾਰੇ ਕੀਮਤੀ ਲਾਲ ਉਸ ਦਈ ਅਰਜਨੂਰਾ ਤੋਂ ਮੰਦੇ ਪਾ ਖਰੀਦੇ ਸਨ। ਅਰਜਨੂਰਾ ਦਾ ਨਾਂ ਸੁਣਦਿਆਂ ਹੀ 2 ਸਿਪਾਹੀਆਂ ਉਸ ਨੂੰ ਲੈਣ ਲਈ ਚਲੇ ਗਏ ਅਤੇ 2 ਸਿਪਾਹੀ ਕੁਝ ਸਮੇਂ ਬਾਅਦ ਹੀ ਬਾਣੀਏ ਦੇ ਸਾਰੇ ਪਰਿਵਾਰ ਨੂੰ ਮੁਸ਼ਕਾ ਬਣ ਕੇ ਰਾਜੇ ਦੇ ਦਰਬਾਰ 'ਚ ਲੈ ਆਏ। ਰਾਜੇ ਦੇ ਪੁੱਛਣ ਤੇ ਬਾਣੀਏ ਨੇ ਪੂਰੀ ਹਕੀਕਤ ਕੰਬਦਿਆਂ ਦੱਸੀ। ਸਾਧ ਸੰਗਤ ਜੀ, ਬਾਣੀਏ ਦੀ ਗੱਲ ਅਜੇ ਮੁੱਕੀ ਨਹੀਂ ਸੀ ਕਿ 2 ਸਿਪਾਹੀ ਸਮੇਤ ਦਾਈ ਅਰਜਨੂਰਾ ਵੀ ਰਾਜੇ ਦੇ ਦਰਬਾਰ 'ਚ ਪਹੁੰਚ ਗਈ। ਉਸਨੇ ਹੱਥ ਜੋੜ ਕੇ ਰਾਜੇ ਨੂੰ ਸਲਾਮ ਕੀਤਾ ਤੇ ਕਿਹਾ ਕਿ ਮੇਰੇ ਸ਼ਹਿਨशाह, ਮੇਰੇ ਮਾਲਕ, ਮੈਂ ਭਰੀ ਕਚਹਿਰੀ 'ਚ ਇੱਕ ਵੀ ਲਫ਼ਜ਼ ਝੂਠ ਨਹੀਂ ਬੋਲਾਂਗੀ। ਅਗਰ ਜਰਾ ਜਿੰਨਾ ਵੀ ਸ਼ੱਕ ਹੋਵੇਗਾ ਤਾਂ ਮੇਰਾ ਸਿਰ ਕਲਮ ਕਰ ਦਿਓ, ਪਰ ਮੈਂ ਪੂਰੀ ਹਕੀਕਤ ਦੱਸਣਾ ਚਾਹੁੰਦੀ ਹਾਂ। ਇਹ ਲਾਲ ਕਿਸੇ ਨੇ ਵੀ ਚੋਰੀ ਨਹੀਂ ਕੀਤੇ। ਇਹ ਤਾਂ ਕੱਲ ਅਲਾਉਦੀਨ ਜੀ ਦੇ ਘਰ ਪੁੱਤਰ ਪੈਦਾ ਹੋਇਆ ਹੈ। ਪੈਦਾਇਸ਼ ਸਮੇਂ ਮੈਂ ਵੀ ਉੱਥੇ ਸੀ। ਸਾਰੇ ਜਾਣਦੇ ਹਨ ਕਿ ਮੈਂ ਕਈ ਸਾਲਾਂ ਤੋਂ ਉੰਨੀ ਸਾਂ। ਉਸ ਬਾਲਕ ਦੀ ਪੈਦਾਇਸ਼ ਸਮੇਂ ਉਸ ਦੀ ਛੋਹ ਪ੍ਰਾਪਤ ਕਰਦਿਆਂ ਹੀ ਮੇਰੀਆਂ ਅੱਖਾਂ 'ਚ ਰੋਸ਼ਨੀ ਆ ਗਈ ਸੀ ਤੇ ਮੈਂ ਹੁਣ ਬਿਲਕੁਲ ਸਭ ਕੁਝ ਦੇਖ ਰਹੀ ਹਾਂ। ਉਸ ਤੋਂ ਬਾਅਦ ਉਹਨਾਂ ਨੇ ਵਧਾਈ ਵਜੋਂ ਮੈਨੂੰ ਜਿਹੜੇ ਜਵਾਰ ਦੇ ਦਾਣੇ ਦਿੱਤੇ ਸਨ, ਜਦੋਂ ਮੈਂ ਉਹ ਦਾਣੇ ਇਸ ਬਾਣੀਏ ਕੋਲ ਵੇਚਣ ਆਈ ਤਾਂ ਇਹ ਸਭ ਲਾਲ ਬਣ ਗਏ ਸਨ। ਇਹ ਕ੍ਰਿਸ਼ਮਾ ਦੇਖ ਕੇ ਖੁਦ ਮੈਂ ਵੀ ਹੈਰਾਨ ਹਾਂ, ਪਰ ਸੱਚ ਇਹ ਹੈ ਕਿ ਉਹ ਬਾਲਕ ਆਮ ਬਾਲਕ ਨਹੀਂ ਹੈ। ਉਹ ਕੋਈ ਪਰਵਤਦਿਗਾਰ ਹੈ ਜਿਸ ਨੇ ਇਹ ਅਲੌਕਿਕ ਕ੍ਰਿਸ਼ਮੇ ਕੀਤੇ ਹਨ। ਮੈਂ ਤਾਂ ਉਸ ਦੀ ਮਰਦੇ ਦਮ ਤੱਕ ਜੈ ਜੈਕਾਰ ਕਰਾਂਗੀ। ਕਿਸੇ ਹੋਰ ਦੀ ਉਪਮਾ ਸੁਣ ਕੇ ਰਾਜਾ ਕ੍ਰੋਧਵਾਨ ਹੋ ਗਿਆ ਤੇ ਕਹਿਣ ਲੱਗਾ ਕਿ ਇਹ ਪਖੰਡ ਹੈ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇੱਕ ਬਾਲਕ ਦੀ ਛੋਹ ਨਾਲ ਅੱਖਾਂ 'ਚ ਰੋਸ਼ਨੀ ਆ ਜਾਵੇ ਤੇ ਦਾਣਿਆਂ ਤੋਂ ਲਾਲ ਬਣ ਜਾਣ? ਇਹ ਕਦੇ ਨਹੀਂ ਹੋ ਸਕਦਾ। ਇਹ ਸਭ ਝੂਠ ਹੈ। ਰਾਜੇ ਦਾ ਕ੍ਰੋਧ ਦੇਖਦਿਆਂ ਉਸ ਦਾ ਵਜ਼ੀਰ ਬੀਰਬਲ ਪਿਆਰ ਭਰੇ ਲਹਿਜੇ 'ਚ ਬੋਲਿਆ, ਰਾਜਾ ਜੀ, ਤੁਸੀਂ ਇੰਨੇ ਕ੍ਰੋਧਵਾਨ ਨਾ ਹੋਵੋ। ਖੁਦਾ ਤਾਲਾ ਦੇ ਰੰਗਾਂ ਦਾ ਕਿਸੇ ਨੂੰ ਭੇਦ ਨਹੀਂ। ਇਹ ਕ੍ਰਿਸ਼ਮਾ ਤਾਂ ਪ੍ਰਤੱਖ ਨਜ਼ਰ ਆ ਰਿਹਾ ਹੈ। ਤੁਸੀਂ ਪਰਖ ਕਰਕੇ ਦੇਖ ਸਕਦੇ ਹੋ ਸਕਦਾ ਹੈ ਕਿ ਇਹ ਅਟਲ ਸੱਚਾਈ ਹੀ ਹੋਵੇ। ਬੀਰਬਲ ਦੀ ਗੱਲ ਸੁਣ ਕੇ ਰਾਜਾ ਹੋਰ ਵੀ ਭੜਕ ਗਿਆ ਤੇ ਹੋਰ ਨੌਕਰਾਂ ਨੂੰ ਆਵਾਜ਼ ਮਾਰ ਕੇ ਕਹਿਣ ਲੱਗਾ ਕਿ ਇੱਕ ਜਵਾਰ ਦਾ ਕੜਾ ਭਰ ਕੇ ਇਸ ਵਜ਼ੀਰ ਦੇ ਸਿਰ ਤੇ ਚੁਕਾਓ ਤੇ ਸਾਰੇ ਜਣੇ ਮੇਰੇ ਨਾਲ ਅਲਾਉਦੀਨ ਦੇ ਘਰ ਚਲੋ। ਮੈਂ ਅੱਖੀ ਦੇਖਣਾ ਚਾਹੁੰਦਾ ਹਾਂ ਉਸ ਵੱਡੇ ਲਾਲਾਂ ਵਾਲੇ ਲਾਲ ਨੂੰ। ਉਸ ਤੱਕ ਪਹੁੰਚਦਿਆਂ ਅਗਰ ਇਸ ਕੜੇ ਦੇ ਦਾਣੇ ਲਾਲ ਬਣ ਗਏ ਤਾਂ ਮੈਂ ਵੀ ਉਸ ਦਾ ਮਰੀਦ ਹੋ ਜਾਵਾਂਗਾ, ਨਹੀਂ ਤਾਂ ਸਭ ਜਣਿਆਂ ਨੂੰ ਸਣੇ ਵਜ਼ੀਰ ਕਤਲ ਕਰ ਦਿਆਂਗਾ। ਸਾਧ ਸੰਗਤ ਜੀ, ਵੱਡੇ ਸਾਰੇ ਇਕੱਠ ਦੇ ਨਾਲ ਰਾਜਾ ਅਕਬਰ ਵਜ਼ੀਰ ਦੇ ਸਿਰ ਕੜਾ ਚੁਕਾਏ ਪਿੰਡ ਹਰੋਏਵਾਲ ਅਲਾਉਦੀਨ ਦੇ ਘਰ ਪਹੁੰਚ ਗਿਆ। ਜਿਉਂ ਹੀ ਨਵ ਜਨਮੇ ਬਾਲਕ ਦੀ ਨਜ਼ਰ ਉਸ ਕੜੇ ਤੇ ਪਈ ਤਾਂ ਵਜ਼ੀਰ ਦੇ ਸਿਰ ਤੇ ਚੁੱਕਿਆ ਦਾਣਿਆਂ ਦਾ ਕੜਾ ਲਾਲਾਂ ਨਾਲ ਭਰ ਗਿਆ। ਇਸ ਕ੍ਰਿਸ਼ਮੇ ਨੂੰ ਦੇਖ ਕੇ ਰਾਜੇ ਦਾ ਸਿਰ ਸਤਕਾਰ ਵਜੋਂ ਝੁਕ ਗਿਆ। ਖੁਸ਼ੀ ਦੇ ਫੁਹਾਰੇ ਛੁੱਟ ਪਏ। ਸੱਚਾਈ ਸਭ ਦੇ ਸਾਹਮਣੇ ਆ ਗਈ। ਫਿਰ ਰਾਜੇ ਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਕਿ ਮੇਰਾ ਘੋੜਾ ਇਸ ਏਰੀਆ ਵਿੱਚ ਛੱਡ ਦਿਓ। ਜਿੱਥੇ ਜਿੱਥੇ ਇਹ ਘੋੜਾ ਘੁੰਮ ਆਵੇਗਾ ਉਹ ਸਾਰੀ ਜਗ੍ਹਾ ਇਸ ਬਾਲਕ ਦੇ ਨਾਂ ਲਿਖੀ ਜਾਵੇਗੀ। ਫਿਰ ਸਾਰੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜੇ ਨੇ ਕਿਹਾ ਕਿ ਇਹ ਬਾਲਕ ਸੱਚਮੁੱਚ ਨੂਰੇ ਖੁਦਾ ਹੈ, ਖੁਦ ਪਰਵਤਦਿਗਾਰ ਹੈ। ਜਗ੍ਹਾ ਤੇ ਇਸ ਦਾ ਰੋਜ਼ਾ ਬਣਾਇਆ ਜਾਵੇ। ਸਾਰੇ ਇਲਾਕੇ ਵਿੱਚ ਖੁਸ਼ੀ ਵਜੋਂ ਰੋਸ਼ਨੀ ਕੀਤੀ ਜਾਵੇ। ਸਾਧ ਸੰਗਤ ਜੀ, ਰਾਜੇ ਅਕਬਰ ਤੇ ਪੂਰੀ ਸੰਗਤ ਵੱਲੋਂ ਲੱਖ ਦਾਤਾ ਲਾਲਾ ਵਾਲੇ ਪੀਰ ਜੀ ਦਾ ਤਿਆਰ ਕਰਵਾਇਆ ਉਹ ਰੋਜ਼ਾ, ਉਹ ਮਕਬਰਾ ਵਜ਼ੀਰਾਬਾਦ ਦੇ ਨੇੜੇ ਪਿੰਡ ਤੋਂਕਲ ਵਿੱਚ ਸਥਿਤ ਹੈ, ਜਿਸ ਨੂੰ ਲੋਕ ਤੋਂਕਲ ਦੇ ਨਾਮ ਨਾਲ ਹੀ ਯਾਦ ਕਰਦੇ ਹਨ। ਲੱਖ ਦਾਤਾ ਜੀ ਦਾ ਪਰਿਵਾਰ ਪਹਿਲਾਂ ਰੋਹੇਵਾਲ ਰਹਿੰਦਾ ਸੀ, ਫਿਰ ਵਜ਼ੀਰਾਬਾਦ ਵਿੱਚ
ਰਿਹਾ ਤੇ ਫਿਰ ਧੌਂਕਲ ਆ ਗਏ। ਧੌਂਕਲ ਵਿੱਚ ਹੀ ਹੁਣ ਸੰਗ ਪਰਸਦੇ ਹਨ। ਉੱਥੇ ਹੀ ਪੀਰ ਦੇ ਨਿਸ਼ਾਨ ਚੜ੍ਹਦੇ ਹਨ ਤੇ ਭਰਾਈ ਟਾਹਰਾਂ ਦਿੰਦੇ ਹਨ। ਇਸ ਦਰਬਾਰ ਵਿੱਚ ਲਖਦਾਤਾ ਲਾਲਾ ਵਾਲੇ ਪੀਰ ਦੀ ਸ਼ਕਤੀ ਦੇਖਣ ਯੋਗ ਹੈ। ਹਾੜ ਦੇ ਪਹਿਲੇ ਵੀਰਵਾਰ ਉੱਥੇ ਬਹੁਤ ਭਾਰੀ ਮੇਲਾ ਲੱਗਦਾ ਹੈ। ਰੋਜ਼ੇ ਦੇ ਕੋਲ ਇੱਕ ਖੁਰਲੀ ਬਣੀ ਹੋਈ ਹੈ ਜਿਸ ਵਿੱਚ ਸੰਗਤਾਂ ਕੱਕੀ ਘੋੜੀ ਦੇ ਚਰਨ ਵਾਸਤੇ ਦਾਣਾ ਪਾਉਂਦੀਆਂ ਹਨ ਅਤੇ ਨਾਲ ਇੱਕ ਪਾਣੀ ਵਾਸਤੇ ਪੀਪਾ ਹੁੰਦਾ ਹੈ। ਹਾੜ ਮਹੀਨੇ ਦੀ ਜੁਮੇਰਾਤ ਨੂੰ ਰਾਤ ਸਮੇਂ ਕੱਕੀ ਆਉਂਦੀ ਹੈ ਜੋ ਕਿ ਦਾਣਾ ਚਰਦੀ ਤੇ ਪਾਣੀ ਪੀਂਦੀ ਹੈ। ਸਿਆਣੇ ਦੱਸਦੇ ਹਨ ਕਿ ਉਹ ਕੱਕੀ ਹਰ ਕਿਸੇ ਨੂੰ ਨਹੀਂ ਦਿਸਦੀ, ਸਿਰਫ ਉਸ ਦੇ ਜ਼ਮੀਨ ਤੇ ਲੱਗੇ ਪੋੜ ਦਿਸਦੇ ਹਨ ਅਤੇ ਦਾਣੇ ਚਰਨ ਦੀ ਆਵਾਜ਼ ਸੁਣਦੀ ਹੈ। ਬਹੁਤ ਪਹੁੰਚੇ ਹੋਏ ਫਕੀਰ ਆਪਣੀ ਆਪਣੀ ਤਾਕਤ ਮੁਤਾਬਕ ਵੀਰਵਾਰ ਦੀ ਰਾਤ ਕੱਕੀ ਦੇ ਦਰਸ਼ਨ ਕਰਨ ਲਈ ਖੁਰਲੀ ਦੇ ਕੋਲ ਹਾਜ਼ਰੀ ਭਰਦੇ ਹਨ। ਸਵੇਰ ਵੇਲੇ ਹੀ ਸਭ ਸੰਗਤਾਂ ਨੂੰ ਪਤਾ ਲੱਗਦਾ ਹੈ ਕਿ ਰਾਤ ਕੱਕੀ ਆਈ ਸੀ, ਕਿਉਂਕਿ ਖੁਰਲੀ ਵੀ ਖਾਲੀ ਹੁੰਦੀ ਹੈ ਤੇ ਪਾਣੀ ਵਾਲਾ ਪੀਪਾ ਵੀ ਖਾਲੀ ਹੁੰਦਾ ਹੈ। ਇਹ ਕ੍ਰਿਸ਼ਮਾ ਅੱਜ ਵੀ ਸੰਗਤਾਂ ਦੇਖ ਸਕਦੀਆਂ ਹਨ ਕਿਉਂਕਿ ਲਖਦਾਤਾ ਲਾਲਾ ਵਾਲੇ ਪੀਰ ਜੀ ਦੀ ਮਹਿਮਾ ਸੱਚਮੁੱਚ ਅਪਰੰਪਾਰ ਹੈ। ਸੋ ਦੋਸਤੋ, ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟ ਦੱਸੋ ਤੇ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ। ਜੈ ਪੀਰਾਂ ਦੀ।